ਉੱਜੜ ਗਿਆ ਇੱਥੇ ਤੁਹਾਡਾ? ਹਮੇਸ਼ਾ ਦੀ ਤਰ੍ਹਾਂ ਲੁਧਿਆਣੇ ਦੇ ਲੋਕ 120 ਸਿਟੀ ਬੱਸਾਂ ਖਰੀਦੀਆਂ ਸੀਗੀਆਂ, ਜਿਨ੍ਹਾਂ ਵਿੱਚੋਂ 37 ਬੱਸਾਂ ਨਵੀਆਂ ਨਕੋਰ ਸੀਗੀਆਂ, ਲੋ ਫਲੋਰ ਵਾਲੀਆਂ ਸੀਗੀਆਂ। ਖਰੀਦੀਆਂ ਕਿਉਂ ਗਈਆਂ ਸਰ ਜੀ? ਸੜਕਾਂ ਤੇ ਦੌੜਾਉਣੀਆਂ ਨਹੀਂ ਸੀਗੀਆਂ। ਸਾਡਾ ਨਗਰ ਨਿਗਮ ਆ ਪਿੱਛੇ ਹਾਊਸ ਦੀ ਮੀਟਿੰਗ 'ਚ ਕਹਿੰਦਾ ਪਿਆ ਸੀਗਾ ਕਿ ਅਸੀਂ ਉਹਨੂੰ ਵੇਚਣਾ ਵਾ। 16 ਕਰੋੜ ਰੁਪਏ ਦੀਆਂ ਬੱਸਾਂ ਨੂੰ ਅਸੀਂ ਕਬਾੜ 'ਚ ਵੇਚਣਾ ਵਾ। 85 ਕਰੋੜ ਰੁਪਏ ਵਾਲਾ ਇੰਡੋਰ ਸਟੇਡੀਅਮ ਜਿਹੜਾ ਸਫੇਦ ਹਾਥੀ ਹੈ, ਉਹਦੇ ਅੰਦਰ ਤੁਸੀਂ ਹਾਲਾਤ ਜਾ ਕੇ ਦੇਖੋ ਕਿ ਬਦ ਤੋਂ ਬੱਤਰ 10 ਸਾਲ ਹੋ ਗਏ ਉਸ 85 ਕਰੋੜ ਰੁਪਏ ਲਗਾ ਕੇ, ਲੇਕਿਨ ਉਹ ਸਟੇਡੀਅਮ ਨੂੰ ਅੱਜ ਵੀ ਵਰਤੋਂ 'ਚ ਨਹੀਂ ਲੈ ਕੇ ਆਇਆ। ਉੱਥੇ ਮੀਟਰ ਤੱਕ ਨਹੀਂ ਲੱਗੀ। ਸਿਟੀ ਬੱਸਾਂ ਦੀ ਤਰ੍ਹਾਂ, ਸਮੋਕ ਗਨ ਦੀ ਤਰ੍ਹਾਂ, ਉਹ ਇੰਡੋਰ ਸਟੇਡੀਅਮ ਦੀ ਤਰ੍ਹਾਂ ਹੁਣ ਘੱਟੋ ਘੱਟ ਈ ਰਿਕਸ਼ਾ, ਹਾਂ ਈ ਰਿਕਸ਼ਾ, ਉਹ ਈ ਰਿਕਸ਼ਾ ਜਿਹੜੇ 9 ਮਹੀਨੇ ਪਹਿਲਾਂ ਤੁਸੀਂ ਦਿਖਾਏ ਸੀਗੇ ਤੇ ਅੱਜ 9 ਮਹੀਨੇ ਹੋ ਗਏ ਇਸ ਹੰਬੜਾ ਰੋਡ ਦੀ ਇਸ ਵਰਕਸ਼ਾਪ ਦੇ ਅੰਦਰ ਉਹ ਵੀ ਧੂਲ ਝੋਕਦੇ ਪਏ। ਕਿਸੇ ਦੀ ਹਵਾ ਹੈ ਨਹੀਂ, ਟਾਇਰਾਂ 'ਚ ਗੱਡੀਆਂ ਫਟਦੀਆਂ ਪਈਆਂ, ਪੇਂਟ ਉਤਰਦਾ ਪਿਆ ਵਾ। ਸਾਨੂੰ ਕੌਂਸਲਰ ਚਾਹੀਦੇ ਨਹੀਂ, ਕੌਂਸਲ ਦੇ ਇਲੈਕਸ਼ਨ ਹੋਣੇ ਹੀ ਨਹੀਂ ਚਾਹੀਦੇ ਜੇ ਕੌਂਸਲਰ ਨੇ ਸਾਡੇ ਹੱਕ ਦੀ ਆਵਾਜ਼ ਹੀ ਨਹੀਂ ਚੱਕਣੀ। ਆ ਰਿਹਾ ਲੁਧਿਆਣਾ, ਜਿਹਨੂੰ ਅਸੀਂ ਮੈਨਚੈਸਟਰ ਆਫ ਪੰਜਾਬ ਕਹਿੰਦੇ ਹਾਂ, ਜਿਹਨੂੰ ਅਸੀਂ ਪੰਜਾਬ ਦਾ ਸਭ ਤੋਂ ਅਮੀਰ ਸ਼ਹਿਰ ਕਹਿੰਦੇ ਹਾਂ, ਜਿਹਨੂੰ ਅਸੀਂ ਸਮਾਰਟ ਸਿਟੀ ਕਹਿੰਦੇ ਹਾਂ। ਲੁਧਿਆਣਾ ਦੇ ਹੰਬੜਾ ਰੋਡ ਤੇ ਖੜੇ ਆ ਤਾਂ ਸ਼ਾਰਟਸ ਦੇ ਵਿੱਚ ਤੁਸੀਂ ਜੋ ਦੇਖਿਆ ਕਿ ਇੱਕ ਦਫ਼ਤਰ ਦੇ ਬਾਹਰ, ਗਡਾਊਨ ਦੇ ਬਾਹਰ ਇੱਕ ਸ਼ੋਕ ਸਭਾ ਚੱਲ ਰਹੀ ਹੈ, ਜਿੱਥੇ ਲੋਕ ਰੋ ਵੀ ਰਹੇ ਨੇ ਕਿ ਅਸੀਂ ਉੱਜੜ ਗਏ। ਉੱਜੜੇ ਕਿਉਂ ਨੇ ਉਸ 'ਤੇ ਵੀ ਗੱਲਬਾਤ ਕਰਾਂਗੇ, ਪਰ ਇੱਥੇ ਸ਼ੋਕ ਸਭਾ ਮਨਾਈ ਕਿਉਂ ਜਾ ਰਹੀ ਹੈ ਤੇ ਪਿੱਛੇ ਜਿਹੜੇ ਗਡਾਊਨ ਦੇ ਬਾਹਰ ਸ਼ੋਕ ਸਭਾ ਮਨਾਈ ਜਾ ਰਹੀ ਹੈ ਉਹ ਗਡਾਊਨ ਕਿਹੜਾ? ਉਹ ਦਰਅਸਲ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦਾ ਗਡਾਊਨ ਹੈ, ਜਿੱਥੇ ਤੁਸੀਂ ਪਿੱਛੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਖੜੀਆਂ ਹੋਈਆਂ ਨੇ। ਤੇ ਇੱਥੇ ਮੁੱਦਾ ਇਹ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ 8.5 ਕਰੋੜ ਦੇ ਈ ਰਿਕਸ਼ਾ ਜਿਹੜੇ ਨੇ ਉਹ ਖਰੀਦੇ ਗਏ ਸੀ, ਬੈਟਰੀ ਵਾਲੇ ਰਿਕਸ਼ੇ, ਪਰ ਉਹ ਇੱਥੇ ਪਏ ਨਵੇਂ ਰਿਕਸ਼ੇ ਹੀ ਹੁਣ ਕੰਡਮ ਹੋ ਰਹੇ ਨੇ, ਪਰ ਇਹਨਾਂ ਨੂੰ ਵਰਤੋਂ ਦੇ ਵਿੱਚ ਨਹੀਂ ਲਿਆਂਦਾ ਗਿਆ। ਕੂੜਾ ਚੱਕਣ ਦੇ ਵਾਸਤੇ ਉਹ ਈ ਰਿਕਸ਼ੇ ਲਿਆਂਦੇ ਗਏ ਸੀਗੇ। ਤਾਂ ਇਸ ਤੇ ਇਤਰਾਜ਼ ਜਤਾਉਣ ਦੇ ਲਈ ਇਹ ਸਮਾਜ ਸੇਵੀ ਲੋਕ ਜਿਹੜੇ ਨੇ ਉਹ ਵੀ ਅੱਗੇ ਆ ਰਹੇ ਨੇ। ਸਾਡੇ ਨਾਲ ਕੁਮਾਰ ਗੌਰਵ, ਜੋ ਸੱਚਾ ਯਾਦਵ ਦੇ ਨਾਂ ਨਾਲ ਜਾਣੇ ਜਾਂਦੇ ਨੇ, ਉਹ ਮੌਜੂਦ ਨੇ। ਕੁਮਾਰ ਗੌਰਵ ਜੀ, ਅੱਜ ਤੁਸੀਂ ਇੱਥੇ ਕਾਰਪੋਰੇਸ਼ਨ ਗਡਾਊਨ ਦੇ ਬਾਅਦ ਸ਼ੋਕ ਸਭਾ ਕੀਤੀ ਹੈ, ਉਹ ਕਾਹਦੇ ਲਈ ਕੀਤੀ ਹੈ? ਕੌਣ ਉੱਜੜ ਗਿਆ ਇੱਥੇ ਤੁਹਾਡਾ? ਹਮੇਸ਼ਾ ਦੀ ਤਰ੍ਹਾਂ ਲੁਧਿਆਣੇ ਦੇ ਲੋਕ, ਹਮੇਸ਼ਾ ਦੀ ਤਰ੍ਹਾਂ ਅੱਜ ਵੀ ਲੁਧਿਆਣੇ ਦੇ ਲੋਕ ਵੀ ਜੁੜਦੇ ਪਏ ਆ। ਦੇਖੋ ਇਹ ਹੁਣ ਤੋਂ ਨਹੀਂ ਹੋ ਰਿਹਾ। ਦੇਖੋ ਅੱਜ ਤੋਂ 10 ਸਾਲ ਪਹਿਲਾਂ ਤੁਹਾਨੂੰ ਯਾਦ ਹੋਏਗਾ, ਮੈਂ ਮੁੱਦਾ ਹਮੇਸ਼ਾ ਕਹਿਣਾ ਵਾ, 85 ਕਰੋੜ ਰੁਪਏ ਵਾਲਾ ਇੰਡੋਰ ਸਟੇਡੀਅਮ ਜਿਹੜਾ ਸਫੇਦ ਹਾਥੀ ਹੈ, ਉਹਦੇ ਅੰਦਰ ਤੁਸੀਂ ਹਾਲਾਤ ਜਾ ਕੇ ਦੇਖੋ ਕਿ ਬਦ ਤੋਂ ਬੱਤਰ 10 ਸਾਲ ਹੋ ਗਏ ਉਸ 85 ਕਰੋੜ ਰੁਪਏ ਲਗਾ ਕੇ, ਲੇਕਿਨ ਉਹ ਸਟੇਡੀਅਮ ਨੂੰ ਅੱਜ ਵੀ ਵਰਤੋਂ 'ਚ ਨਹੀਂ ਲੈ ਕੇ ਆਇਆ। ਉੱਥੇ ਮੀਟਰ ਤੱਕ ਨਹੀਂ ਲੱਗਿਆ। ਤੁਸੀਂ ਸਮਝ ਸਕਦੇ ਹੋ, ਜਦੋਂ ਤੱਕ ਮੀਟਰ ਨਹੀਂ ਲੱਗਿਆ ਉਹ ਵਰਤੋਂ 'ਚ ਕਿੱਥੋਂ ਆਉਣਾ? ਫਿਰ ਤੁਹਾਨੂੰ ਯਾਦ ਹੋਏਗਾ ਕਿ ਕੁਝ ਮਹੀਨੇ ਪਹਿਲਾਂ ਸਾਡੇ ਸ਼ਹਿਰ ਦੇ ਵਿੱਚ ਇੱਕ ਐਂਟੀ ਸਮੋਕ ਗਨ ਖਰੀਦੀ ਗਈ ਸੀਗੀ, ਔਰ ਜਗ੍ਹਾ ਜਗ੍ਹਾ ਤੇ ਉਹਨੂੰ ਸਿਰਫ ਇੱਕ ਨੁਮਾਇਸ਼ ਕੀਤੀ ਗਈ ਸੀ, ਉਹਨੂੰ ਘੁਮਾਇਆ ਗਿਆ ਸੀਗਾ। 80 ਲੱਖ ਤੋਂ 1 ਕਰੋੜ ਰੁਪਏ ਦੀ ਉਹ ਸਮੋਕ ਗਨ ਐਂਟੀ ਖਰੀਦੀ ਗਈ ਸੀ। ਅੱਜ ਕਿੱਥੇ ਹੈ? ਜਾਣਦੇ ਹੋ ਕਿੱਥੇ ਹੈ? ਉਹ ਸਨਮ ਜੀ, ਉਹ ਡੀ ਜ਼ੋਨ ਦੇ ਪਿੱਛੇ ਜਿੱਥੇ ਉਹਨਾਂ ਦਾ ਸ਼ੈੱਡ ਪਿਆ ਹੋਇਆ, ਉੱਥੇ ਮਿੱਟੀ ਖਾਂਦੀ ਪਈ ਹੈ। ਉੱਥੇ ਅੱਜ 80 ਲੱਖ ਤੁਹਾਡਾ ਲੁਧਿਆਣੇ ਸ਼ਹਿਰ ਦੇ ਲੋਕਾਂ ਦਾ ਅੱਜ 1 ਕਰੋੜ ਰੁਪਇਆ ਬਰਬਾਦ ਹੁੰਦਾ ਪਿਆ ਵਾ। ਸਨਮ ਜੀ, ਸਿਟੀ ਬੱਸਾਂ ਦਾ ਕਿਸੇ ਕੋ ਛੁਪਿਆ ਹੀ ਨਹੀਂ ਮੁੱਦਾ। ਸਨਮ ਜੀ, 120 ਸਿਟੀ ਬੱਸਾਂ ਖਰੀਦੀਆਂ ਸੀਗੀਆਂ, ਜਿਨ੍ਹਾਂ ਵਿੱਚੋਂ 37 ਬੱਸਾਂ ਨਵੀਆਂ ਨਕੋਰ ਸੀਗੀਆਂ, ਲੋ ਫਲੋਰ ਵਾਲੀਆਂ ਸੀਗੀਆਂ। ਖਰੀਦੀਆਂ ਕਿਉਂ ਗਈਆਂ ਸਨਮ ਜੀ? ਸੜਕਾਂ ਤੇ ਦੌੜਾਉਣੀਆਂ ਨਹੀਂ ਸੀਗੀਆਂ। ਸਨਮ ਜੀ, ਨਵੀਆਂ ਨਕੋਰ ਸਿਟੀ ਬੱਸਾਂ, ਉਹ 37 ਬੱਸਾਂ ਸਾਡਾ ਨਗਰ ਨਿਗਮ ਆ ਪਿੱਛੇ ਹਾਊਸ ਦੀ ਮੀਟਿੰਗ 'ਚ ਕਹਿੰਦਾ ਪਿਆ ਸੀਗਾ ਕਿ ਅਸੀਂ ਉਹਨੂੰ ਵੇਚਣਾ ਵਾ। 16 ਕਰੋੜ ਰੁਪਏ ਦੀਆਂ ਬੱਸਾਂ ਨੂੰ ਅਸੀਂ ਕਬਾੜ 'ਚ ਵੇਚਣਾ ਵਾ। ਕਿਉਂ ਬਈ? ਉਹ ਹਰਾਮ ਦਾ ਪੈਸਾ ਵਾ, ਉਹ ਲੋਕਾਂ ਦੇ ਖੂਨ ਪਸੀਨੇ ਦਾ, ਇਸ ਲੁਧਿਆਣੇ ਸ਼ਹਿਰ ਦੇ, ਪੰਜਾਬ ਦੇ ਲੋਕਾਂ ਦਾ ਟੈਕਸਾਂ ਦਾ ਪੈਸਾ ਸੀਗਾ, ਜਿਹਨੂੰ ਤੁਸੀਂ ਬਰਬਾਦ ਕਰ ਦਿੱਤਾ। ਉਹ ਤਾਂ ਬਰਬਾਦ ਕੀਤਾ ਸੋ ਕੀਤਾ। ਸਨਮ ਜੀ, ਅੱਜ ਜਿਸ ਜਗ੍ਹਾ ਦੇ ਉੱਤੇ ਮੈਂ ਖੜਾ ਵਾ, ਇਸੇ ਲਈ ਖੜਾ ਵਾ ਕਿ ਸਿਟੀ ਬੱਸਾਂ ਦੀ ਤਰ੍ਹਾਂ, ਸਮੋਕ ਗਨ ਦੀ ਤਰ੍ਹਾਂ, ਉਹ ਇੰਡੋਰ ਸਟੇਡੀਅਮ ਦੀ ਤਰ੍ਹਾਂ ਹੁਣ ਘੱਟੋ ਘੱਟ ਈ ਰਿਕਸ਼ਾ, ਹਾਂ ਈ ਰਿਕਸ਼ਾ, ਉਹ ਈ ਰਿਕਸ਼ਾ ਜਿਹੜੇ 9 ਮਹੀਨੇ ਪਹਿਲਾਂ ਤੁਸੀਂ ਦਿਖਾਏ ਸੀਗੇ ਤੇ ਅੱਜ 9 ਮਹੀਨੇ ਹੋ ਗਏ ਇਸ ਹੰਬੜਾ ਰੋਡ ਦੀ ਇਸ ਵਰਕਸ਼ਾਪ ਦੇ ਅੰਦਰ ਉਹ ਵੀ ਧੂਲ ਝੋਕਦੇ ਪਏ। ਕਿਸੇ ਦੀ ਹਵਾ ਹੈ ਨਹੀਂ, ਟਾਇਰਾਂ 'ਚ ਗੱਡੀਆਂ ਫਟਦੀਆਂ ਪਈਆਂ, ਪੇਂਟ ਉਤਰਦਾ ਪਿਆ ਵਾ। ਕਬਾੜ ਬਣਾ ਕੇ ਇੱਥੇ ਉਹ 350 ਨਵੇਂ ਲਿਆ ਕੇ ਇੱਥੇ ਖੜਾਏ ਹੋਣੇ, ਇੱਕ ਵਾਰੀ ਵੀ ਉਤਰੇ ਨਹੀਂ। 350 ਈ ਰਿਕਸ਼ਾ ਸੀਗੇ। 350 ਦੇ ਵਿੱਚੋਂ ਤੁਹਾਡੇ ਸਾਹਮਣੇ ਰੂਬਰੂ ਕਰ ਰਿਹਾ ਵਾਂ ਕਿ 350 ਈ ਰਿਕਸ਼ਾ ਦੇ ਵਿੱਚੋਂ, ਇਹ ਮੈਂ ਨਹੀਂ, ਇਹ ਮੇਰੇ ਸਮਾਜ ਦਾ ਆਈਨਾ, ਮੇਰਾ ਮੀਡੀਆ, ਲੁਧਿਆਣੇ ਦਾ ਮੀਡੀਆ। ਮੈਂ ਇੱਕ ਗੱਲ ਕਹਾਂ ਸਨਮ ਜੀ, ਜੇ ਅੱਜ ਲੁਧਿਆਣੇ ਸ਼ਹਿਰ 'ਚ ਮੀਡੀਆ ਨਾ ਹੋਵੇ, ਤੁਹਾਡੇ ਵਰਗੇ ਲੋਕ ਨਾ ਹੋਣ, ਤੇ ਜੰਗਲ ਰਾਜ ਬਣਾ ਦੇਣ ਇਹ ਸਾਡੇ ਸਿਆਸਤਦਾਨ ਔਰ ਅਫਸਰ। ਅੱਜ ਹਾਲਾਤ ਬਦ ਤੋਂ ਬੱਤਰ ਹੈ। ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਕਿ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਸਾਨੂੰ ਕੌਂਸਲਰ ਕਿਉਂ ਚਾਹੀਦੇ ਹੈ? ਕਿਉਂ ਚਾਹੀਦੇ ਹੈ? ਜੇ ਮੈਨੂੰ ਇਹ ਚੀਜ਼ਾਂ ਨਜ਼ਰ ਆਉਂਦੀਆਂ, ਜੇ ਮੈਨੂੰ ਨਜ਼ਰ ਆਉਂਦਾ ਪਿਆ ਕਿ ਸਮੋਕ ਗਨ ਦਾ ਕਰੋੜ ਰੁਪਏ ਮਿੱਟੀ ਕਰਤਾ, ਅੱਜ 10 ਸਾਲ ਹੋ ਗਏ ਸਟੇਡੀਅਮ ਮਿੱਟੀ ਕਰਤਾ, ਸਿਟੀ ਬੱਸਾਂ ਮਿੱਟੀ ਕਰ ਦਿੱਤੀਆਂ, ਅੱਜ ਈ ਰਿਕਸ਼ਾ ਮਿੱਟੀ ਹੁੰਦੇ ਪਏ ਵਾਲੇ ਕਹਿੰਦੇ ਕਿ 14 ਕਰੋੜ ਲਾ ਕੇ ਟਿੱਪਰ ਖਰੀਦਣੇ ਹੈਗੇ ਆ, ਅੜੇ ਹੋਰ ਟਿੱਪਰ ਖਰੀਦਣੇ, ਮਿੱਟੀ ਕਰਨੇ ਆ, ਤਾਂ ਇਹ ਕੌਂਸਲਰ ਕਿਉਂ ਨਹੀਂ ਆਵਾਜ਼ ਚੱਕਦੇ ਸਨਮ ਜੀ? ਸਨਮ ਜੀ, ਇਹ ਅਸੀਂ ਇਸ ਲਈ ਚੁਣੇ ਨਾ ਕਿ ਸਾਡੀ ਆਵਾਜ਼ ਲਈ ਬੋਲਣਗੇ। ਸਨਮ ਜੀ, ਚਾਹੀਦੇ ਨਹੀਂ। ਅੱਜ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਕਿ ਬਹਿਸ਼ਕਾਰ ਕਰ ਦਿਓ, ਸਾਨੂੰ ਕੌਂਸਲਰ ਚਾਹੀਦੇ ਹੀ ਨਹੀਂ। ਕੌਂਸਲ ਦੇ ਇਲੈਕਸ਼ਨ ਹੋਣੇ ਹੀ ਨਹੀਂ ਚਾਹੀਦੇ ਜੇ ਕੌਂਸਲਰ ਨੇ ਸਾਡੇ ਹੱਕ ਦੀ ਆਵਾਜ਼ ਹੀ ਨਹੀਂ ਚੱਕਣੀ। ਜਦੋਂ ਲੋਕਾਂ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ ਤਾਂ ਸਭ ਚੁੱਪ ਹੋ ਕੇ ਬਹਿੰਦੇ ਆ।
ਸਭ ਚੁੱਪ ਹੋ ਕੇ ਬਹਿ ਜਾਂਦੇ ਆ। ਕਿਉਂ ਬਈ? ਇਹਨਾਂ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਨਾ। ਸਰਮ ਜੀ ਉਹਨਾਂ 350 ਦੇ ਵਿੱਚੋਂ ਤੁਸੀਂ ਹਿਸਾਬ ਲਗਾ ਲਓ ਕਿ ਨੀਅਰ ਅਬਾਊਟ 80 ਈ ਰਿਕਸ਼ਾ ਸਿਰਫ ਚੱਲਦੇ ਪਏ ਆ, ਔਰ 270 ਈ ਰਿਕਸ਼ਾ ਜਿਹੜੇ ਕਿ 7 ਕਰੋੜ 10 ਲੱਖ ਰੁਪਏ ਦੇ ਬਣਦੇ ਆ, ਉਹ ਇੱਥੇ ਵਰਕਸ਼ਾਪ 'ਚ ਪਏ ਕਬਾੜ ਹੁੰਦੇ ਪਏ ਆ। ਸਰਮ ਜੀ ਮੈਂ ਇੱਕ ਗੱਲ ਹੈਰਾਨੀ ਹੁੰਦੀ ਹੈ ਕਿ ਜੇ ਤੁਸੀਂ 7.10 ਕਰੋੜ ਰੁਪਏ ਨੂੰ 270 ਨਾਲ ਤੇ 8.5 ਕਰੋੜ ਰੁਪਏ ਨੂੰ 350 ਨਾਲ ਗੁਣਾ ਕਰੋ ਨਾ, ਤਾਂ ਇਹ 2,70,000 ਰੁਪਇਆ ਬਣਦਾ। ਇਹ ਮੈਂ ਨਹੀਂ ਕਹਿੰਦਾ ਪਿਆ, ਇਹ ਅਖਬਾਰ ਕਹਿੰਦੇ ਪਏ ਆ। ਮੇਰੇ ਇੱਕ ਬੜੇ ਹੀ ਦੋਸਤ ਹੈ ਆਰਟੀ ਐਕਟਿਵਿਸਟ ਹੈ ਕੀਮਤੀ ਰਾਵਲ ਜੀ, ਉਹਨਾਂ ਨੇ ਇੱਕ ਆਰਟੀਆਈ ਵੀ ਲਾਈ ਹੋਈ ਹੈ ਕਿ ਮੈਨੂੰ ਜਵਾਬ ਦਿੱਤਾ ਜਾਵੇ ਕਿ ਨਗਰ ਨਿਗਮ ਨੇ ਈ ਰਿਕਸ਼ਾ ਕਿੰਨੇ ਦੇ ਖਰੀਦੇ ਹੈ ਔਰ ਕਿੰਨੇ ਖਰੀਦੇ, ਲੇਕਿਨ ਉਹ ਜਵਾਬ ਨਹੀਂ ਹਾਲੇ ਤੱਕ ਮਿਲ ਪਾ ਰਿਹਾ। ਬਹੁਤ ਟਾਈਮ ਹੋ ਚੁੱਕਿਆ ਹੋਇਆ। ਚਲੋ ਕੋਈ ਗੱਲ ਨਹੀਂ, ਸੱਚਾਈ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ, ਤੁਹਾਡੇ ਚੈਨਲ ਦੇ ਰਾਹੀਂ ਲੈ ਕੇ ਆਵਾਂਗਾ। ਆ ਤੁਹਾਡੇ ਸਾਹਮਣੇ ਹੈਗਾ ਵਾ, ਆ ਤੁਸੀਂ ਦੇਖ ਸਕਦੇ ਹੋ ਇੰਡੀਆ ਮਾਰਟ ਵੈਬਸਾਈਟ। ਜੀ ਹਾਂ, ਇੰਡੀਆ ਮਾਰਟ ਵੈਬਸਾਈਟ ਤੁਸੀਂ ਜਾਓ, ਜਾ ਕੇ ਉਹਨੂੰ ਖੋਲੋ, ਉਹਨੂੰ ਸਰਚ ਕਰੋ। ਜਿਵੇਂ ਤੁਸੀਂ ਸਰਚ ਕਰੋਗੇ, ਕਿਉਂਕਿ ਮੈਂ ਚਾਹੁੰਦਾ ਸੀਗਾ ਕਿ ਮੈਂ ਸਰਚ ਕਰਾਂ ਕਿ ਇਹ ਈ ਰਿਕਸ਼ਾ ਦੀ ਕੋਟੇਸ਼ਨਸ ਲਵਾਂ ਮੈਂ ਦਿੱਲੀ, ਨੋਇਡਾ, ਗੁੜਗਾਉਂ, ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਖਰੀਦੋਗੇ, ਖਾਸ ਕਰ ਲੁਧਿਆਣੇ ਵਾਲੇ ਚੀਜ਼ ਖਰੀਦਣਗੇ, ਉਹ ਜਲੰਧਰ ਅੰਮ੍ਰਿਤਸਰ ਤੋਂ ਨਹੀਂ ਖਰੀਦਣਗੇ, ਉਹ ਦਿੱਲੀੋਂ ਖਰੀਦਣਗੇ, ਉਹ ਹਰਿਆਣੇ ਤੋਂ ਖਰੀਦਣਗੇ, ਗੁੜਗਾਉਂ ਤੋਂ ਖਰੀਦਣਗੇ, ਉਹ ਇਹਨਾਂ ਜਗ੍ਹਾਵਾਂ ਤੋਂ ਖਰੀਦਣਗੇ, ਬੰਬੇ ਤੋਂ ਖਰੀਦਣਗੇ, ਗਾਜ਼ੀਆਬਾਦ ਤੋਂ ਖਰੀਦਣਗੇ, ਲੇਕਿਨ ਜਲੰਧਰ ਤੋਂ ਕਿਉਂ? ਆ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਵਾਂ ਕਿ ਇੱਕ ਵੈਬਸਾਈਟ ਹੈ ਇੰਡੀਆ ਮਾਰਟ, ਯਾਦ ਰੱਖਿਓ ਇੰਡੀਆ ਮਾਰਟ ਵੈਬਸਾਈਟ। ਤੁਸੀਂ ਇੰਡੀਆ ਮਾਰਟ ਵੈਬਸਾਈਟ 'ਤੇ ਜਾਓ, ਜਿਵੇਂ ਮੈਂ ਗਿਆ ਤਾਂ ਉਹਦੇ ਉੱਤੇ ਆ 2 ਫੋਟੋਆਂ ਮੈਨੂੰ ਮਿਲੀਆਂ, ਔਰ ਦੋਨਾਂ ਦੇ ਉੱਪਰ ਇਹੀ ਈ ਰਿਕਸ਼ਾ ਵਾ ਸਨਮ ਜੀ ਜਿਹੜੇ ਇੱਥੇ ਖੜੇ ਵਰਕਸ਼ਾਪ, ਔਰ ਇੱਥੇ ਫੋਟੋ ਜੀ ਤੁਸੀਂ ਦੇਖ ਸਕਦੇ ਲਿਖਿਆ ਰਿਪਬਲਿਕ ਮੋਟਰਸ, ਜਿਹੜੀ ਕੰਪਨੀ ਦਾ ਨਾਮ ਹੈ, ਮਿਊਨਿਸਪਲ ਕਾਰਪੋਰੇਸ਼ਨ ਆਫ ਲੁਧਿਆਣਾ ਤੇ ਮਿਊਨਿਸਪਲ ਕਾਰਪੋਰੇਸ਼ਨ ਆਫ ਜੰਮੂ। ਯਾਨੀ ਕਿ ਰਿਪਬਲਿਕ ਮੋਟਰ ਜਿਹੜਾ ਜਲੰਧਰ ਦੇ ਵਿੱਚ ਇੱਕ ਛੋਟਾ ਜਿਹਾ ਕੰਮ ਕਰਨ ਵਾਲਾ ਸੈਂਬਲ ਈ ਰਿਕਸ਼ਾ ਕਰਨ ਵਾਲਾ ਆਦਮੀ ਹੈਗਾ, ਉਹਦੇ ਕੋਲੋਂ ਇਹ ਖਰੀਦੇ ਗਏ। ਗਾਜ਼ੀਆਬਾਦ, ਦਿੱਲੀ, ਨੋਇਡਾ, ਹਰਿਆਣੇ ਤੋਂ ਨਹੀਂ ਖਰੀਦੇ ਗਏ, ਕੋਈ ਬ੍ਰਾਂਡਡ ਕੰਪਨੀ ਤੋਂ ਨਹੀਂ ਖਰੀਦੇ ਗਏ। ਔਰ ਮੈਂ ਸਿਰਫ ਲੁਧਿਆਣੇ ਦੀਆਂ ਹੀ ਨਹੀਂ, 40-50 ਕੰਪਨੀਆਂ, ਆ ਦੇਖੋ ਆ ਮੇਰੇ ਹੱਥ 'ਚ ਲਿਸਟ ਹੈ, ਮੈਂ ਸਿਰਫ ਲੁਧਿਆਣੇ ਦੀ ਹੀ ਨਹੀਂ ਬਲਕਿ ਲੁਧਿਆਣੇ ਤੋਂ ਇਲਾਵਾ ਮੈਂ ਦਿੱਲੀ, ਨੋਇਡਾ, ਗੁੜਗਾਉਂ, ਗਾਜ਼ੀਆਬਾਦ, ਹਰ ਤਰਫੋਂ ਮੈਨੂੰ ਫੋਨ ਆਇਆ। ਜਦੋਂ ਮੈਂ ਵੈਬਸਾਈਟ ਤੇ ਜਾ ਕੇ ਪਾਇਆ ਕਿ ਮੈਨੂੰ 100 ਈ ਰਿਕਸ਼ਾ ਚਾਹੀਦੇ ਆ ਗਾਰਬੇਜ ਚੱਕਣ ਵਾਸਤੇ, ਮੈਨੂੰ ਖੁਦ ਕਾਲਸ ਆਈਆਂ, ਜਿਹੜੇ ਕਾਲਸ ਰਿਕਾਰਡਿੰਗ ਹੈ ਮੇਰੇ ਕੋਲ, ਇਹ ਕੋਟੇਸ਼ਨਸ ਹੈ, ਤਾਂ ਉਹਨਾਂ ਨੇ ਦੱਸਿਆ ਹੋਇਆ ਕਿ ਭਾਈ ਈ ਰਿਕਸ਼ਾ ਅਸੈਂਬਲਡ ਦੇ ਵਿੱਚ, ਜਿਹੜੀ ਅਸੈਂਬਲਡ ਈ ਰਿਕਸ਼ਾ ਹੈ, ਬ੍ਰਾਂਡਡ ਦੀ ਮੈਂ ਗੱਲ ਨਹੀਂ ਕਰ ਰਿਹਾ, ਅਸੈਂਬਲਡ ਟੌਪ ਕਲਾਸ, ਇਹਦੇ ਨਾਲ ਦੀ ਈ ਰਿਕਸ਼ਾ ਉਹ ਤੁਹਾਨੂੰ 1,10,000 ਤੋਂ 15,000 ਦੀ ਮਿਲ ਜਾਏਗੀ, ਜਿਹੜੀ ਕਿ 2,70,75,000 ਰੁਪਏ ਦੇ ਹਿਸਾਬ ਦੇ ਨਾਲ ਨਗਰ ਖਰੀਦ ਵੇਲੇ ਵੀ ਕੋਈ ਨਾ ਕੋਈ ਗੜਬੜੀ ਹੋਈ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਇਹ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਮੈਂ ਤਾਂ ਆਪਣੇ ਆਦਰਨੀय ਰਿਸਪੈਕਟਡ ਭਗਵੰਤ ਮਾਨ ਸਾਹਿਬ ਜਿਹੜੇ ਸੀਐਮ ਸਾਹਿਬ ਹੈ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਕਿਉਂਕਿ ਮੈਨੂੰ ਉਮੀਦ ਹੀ ਉਹਨਾਂ ਤੋਂ ਹੈ। ਤੁਸੀਂ ਲਿਖਤੀ ਸ਼ਿਕਾਇਤ ਦੋਗੇ ਵਿਜੀਲੈਂਸ? ਬਿਲਕੁਲ ਦਊਂਗਾ ਜੀ, ਮੈਂ ਦਊਂਗਾ ਕਿ ਹੁਣ ਮੈਂ ਦਊਂਗਾ। ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਸ਼ਿਕਾਇਤ ਦੇਣ ਜਾ ਰਿਹਾ ਵਾਂ, ਮੈਂ ਨਿੱਜਰ ਸਾਹਿਬ ਨੂੰ ਵੀ ਰਿਟਰਨ ਸ਼ਿਕਾਇਤ ਦੇਣ ਜਾ ਰਿਹਾ ਵਾਂ, ਕਿਉਂਕਿ ਹੁਣ ਪਾਣੀ ਸਰ ਤੋਂ ਲੰਘ ਗਿਆ ਵਾ। ਹੱਦ ਹੁੰਦੀ ਹੈ ਕਿਸੇ ਚੀਜ਼ ਦੀ। ਤੁਸੀਂ ਕਰੋੜਾਂ ਰੁਪਇਆ ਜਨਤਾ ਦਾ ਪਹਿਲਾਂ ਤਾਂ ਮਹਿੰਗੀ ਰਿਕਸ਼ਾ ਖਰੀਦੀਆਂ, ਫਿਰ ਉਹਨੂੰ 9 ਮਹੀਨੇ ਹੋ ਗਏ ਇੱਥੇ ਖੜੀਆਂ ਹੋਈਆਂ ਵਾ, ਕਿ ਤੁਸੀਂ ਇੰਤਜ਼ਾਰ ਕਰਦੇ ਪਏ ਹੋ ਕਿ ਇਹ 9 ਮਹੀਨੇ ਬਾਅਦ, ਕਹਿੰਦੇ 9 ਮਹੀਨੇ ਬੱਚਾ ਹੋ ਜਾਂਦਾ ਵਾ, ਕਿ ਇਹ ਈ ਰਿਕਸ਼ਾ ਜਿਹੜੀ ਹੈਗੇ ਆ ਇਹ 350 700 ਹੋਣਗੇ, ਫਿਰ ਅਗਲੇ 9 ਮਹੀਨੇ ਬਾਅਦ 700 ਤੋਂ ਇਹ 1400 ਹੋਣਗੇ, ਫਿਰ ਅਗਲੇ 9 ਮਹੀਨੇ ਬਾਅਦ 2800 ਤੋਂ 2800 ਹੋਣਗੇ, ਉਦੋਂ ਆਪਾਂ ਚਲਾਵਾਂਗੇ। ਅੱਜ ਹਾਲਾਤ ਬੱਤੋ ਬੱਤਰ ਹੈ। ਅੱਜ ਸ਼ਹਿਰ ਦੇ ਵਿੱਚ ਤੁਸੀਂ ਇਹੀ ਚੀਜ਼ਾਂ ਹੋ ਰਹੀਆਂ। ਤੁਸੀਂ ਦੇਖੋ ਕਿ ਇਹ ਜਿਹੜੀ ਕੰਪਨੀ ਹੈਗੀ ਹੈ, ਇਸ ਕੰਪਨੀ ਦਾ ਮਾਲਕ ਨਾਲ ਵੀ ਮੇਰੀ ਗੱਲ ਹੋਈ। ਸਿਰਫ ਉਸ ਕੰਪਨੀ ਦਾ ਮਾਲਕ ਦਾ ਕਹਿਣਾ ਹੋਇਆ, ਜਦੋਂ ਮੈਂ ਉਹਨੂੰ ਫੋਨ ਲਗਾਇਆ ਕਿ ਜੀ ਪਹਿਲਾਂ ਤਾਂ ਤੁਸੀਂ ਮੈਨੂੰ ਆਪਣਾ ਵਿਜ਼ਿਟਿੰਗ ਕਾਰਡ ਭੇਜੋ, ਮੈਂ ਉਸ ਤੋਂ ਇਲਾਵਾ ਗੱਲ ਨਹੀਂ ਕਰਦਾ। ਮੇਰੇ ਨਾਲ ਹਜ਼ਾਰਾਂ ਕੰਪਨੀਆਂ ਨੇ ਗੱਲ ਕੀਤੀ, ਕਿਸੇ ਹੋਰ ਨੇ ਨਹੀਂ ਕੀਤੀ। ਉਹਨੂੰ ਪਤਾ ਚੱਲਿਆ ਲੁਧਿਆਣੇ ਤੋਂ ਫੋਨ ਆ ਰਿਹਾ ਵਾ, ਤਾਂ ਸ਼ਾਇਦ ਕੋਈ ਡਰ ਸੀ, ਕੋਈ ਖੌਫ ਸੀਗਾ। ਔਰ ਅੱਧੇ ਘੰਟੇ ਬਾਅਦ ਮੈਨੂੰ ਫੋਨ ਆਉਂਦਾ, ਮੈਂ ਕਿਹਾ ਜੀ ਕਿੰਨੇ ਦਾ ਈ ਰਿਕਸ਼ਾ ਵਾ? ਕਹਿੰਦਾ ਸਾਡਾ 2,70,000 ਰੁਪਏ ਦਾ। ਮੈਂ ਕਿਹਾ ਪੂਰੇ ਇੰਡੀਆ ਦੇ ਵਿੱਚ ਜਿਹੜੇ ਈ ਰਿਕਸ਼ਾ ਅਸੈਂਬਲਡ ਹੈਗੇ ਹੈ, ਇੱਕ ਬੈਟਰੀ ਹੁੰਦੀ ਹੈ ਉਹਦੇ ਵਿੱਚ, ਠੀਕ ਹੈ ਜੀ, ਇੱਕ ਬਾਡੀ ਹੁੰਦੀ ਹੈ, ਇੱਕ ਮੋਟਰ ਹੁੰਦੀ ਹੈ, ਤਾਂ ਇਸ ਤੋਂ ਇਲਾਵਾ ਤਾਂ ਕੁਝ ਹੁੰਦਾ ਹੀ ਨਹੀਂ। ਸਾਰੀ ਕੰਪਨੀਆਂ ਬਾਕੀ 1,10,000 15,000 ਦੇ ਰਹੀਆਂ, ਤੁਸੀਂ 2,77,000 ਕਿਉਂ? ਉਹ ਕਹਿੰਦਾ ਜੀ ਮੈਂ ਵਾਂ। ਤੇ ਤੁਸੀਂ ਦੇਖੋ ਕਿ ਇਹਨਾਂ ਈ ਰਿਕਸ਼ਾ ਦੇ ਵਿੱਚ ਮੇਰੀ 90 ਜਿੰਨੀਆਂ ਵੀ ਕੰਪਨੀਆਂ ਨਾਲ ਗੱਲ ਹੋਈ, ਉਹਨਾਂ ਦਾ ਕਹਿਣਾ ਸੀ ਕਿ 98% 98% ਇਹਦੇ ਵਿੱਚ ਲੈਡ ਬੈਟਰੀ ਯੂਜ਼ ਹੁੰਦੀ ਹੈ, ਔਰ ਅਸੀਂ ਲੈਡ ਬੈਟਰੀ ਪਾ ਕੇ ਨੀਅਰ ਅਬਾਊਟ 4 ਕੁ ਲੈਡ ਬੈਟਰੀਆਂ ਦਾ ਯੂਜ਼ ਹੁੰਦੀਆਂ, 1,10,15,000 ਰੁਪਏ ਦੇ ਵਿੱਚ ਇਹ ਰਿਕਸ਼ਾ ਦੇ ਦਿੰਦੇ ਹੈਗੇ ਆ ਗਾਰਬੇਜ ਵਾਲਾ। ਤੇ ਉਹ ਕਹਿੰਦੇ ਜੇ ਤੁਸੀਂ ਲੀਥੀਅਮ ਵਾਲਾ ਲੈਣਾ ਵਾ, ਤੇ ਲੀਥੀਅਮ ਦਾ ਮੈਂ ਪੁੱਛਿਆ ਕਿ ਕੋਈ ਬ੍ਰਾਂਡਡ ਬੈਟਰੀ ਆਉਂਦੀ? ਉਹ ਕਹਿੰਦੇ ਬ੍ਰਾਂਡਡ ਨਹੀਂ ਆਉਂਦੀ, ਸੈੱਲ ਲੈਂਦੇ ਹਾਂ ਅਸੀਂ, ਸੈੱਲ ਲੈ ਕੇ ਬਾਕਸ ਆਪ ਤਿਆਰ ਕਰਕੇ ਅਸੀਂ ਲਗਾਉਂਦੇ ਹਾਂ। ਜੇ ਲੀਥੀਅਮ ਬੈਟਰੀ ਲੈਣੀ ਹੈ ਤਾਂ 70,000 ਰੁਪਏ ਤੁਹਾਨੂੰ ਐਕਸਟਰਾ ਦੇਣਾ ਪਏਗਾ, ਯਾਨੀ ਕਿ 1,70,000 ਰੁਪਏ ਦੀ ਹੋ ਜਾਏਗੀ। 70,000 ਰੁਪਏ ਵੀ ਕੋਈ ਖਰਚਣ ਨੂੰ ਤਿਆਰ ਨਹੀਂ। ਉਹ ਕਹਿੰਦਾ 98% ਲੈਡ ਵਾਲੀ ਵਿਕਦੀ ਹੈ, ਲੈਡ ਵਾਲੀ ਦੀ ਗਰੰਟੀ 1 ਸਾਲ ਦੀ ਹੈ, ਕੋਈ 60 ਐਂਪੀਅਰ ਜਾਂ 80 ਐਂਪੀਅਰ, ਜੇ ਤੁਸੀਂ 4 ਬੈਟਰੀਆਂ ਤਾਂ 60 ਐਂਪੀਅਰ ਦਾ ਹਿਸਾਬ ਹੈ, ਕੋਈ 80 ਬੈਟਰੀ ਐਂਪੀਅਰ ਦਾ ਹਿਸਾਬ ਹੈਗਾ। ਜੇ ਤੁਸੀਂ ਲੈਡ ਵਾਲੀ ਲੈਂਦੇ ਹੋ 1,10,15,000। ਹਰ ਇੱਕ ਗਾਜ਼ੀਆਬਾਦ, ਨੋਇਡਾ, ਵੱਡੀ ਤੋਂ ਵੱਡੀ ਕੰਪਨੀ ਨੇ, ਦਿੱਲੀ, ਨੋਟ ਜਿੰਨੇ ਵੀ ਸੀਗੀਆਂ ਸਭ ਨੇ ਹੀ ਕਿਹਾ, ਔਰ ਲੀਥੀਅਮ ਵਾਲੀ 1,70,000, ਲੇਕਿਨ ਇਹ 2,70,000 73,000 71,000 72,000। ਲੇਕਿਨ ਫਿਰ ਵੀ ਇਹ ਈ ਰਿਕਸ਼ਾ
270 ਈ ਰਿਕਸ਼ਾ ਇੱਥੇ ਕੰਡਮ ਹੋਣ ਨੂੰ ਖੜੇ ਅੱਜ 9 ਮਹੀਨੇ ਹੋ ਗਏ ਆ। ਇਹ ਜਨਤਾ ਦੇ ਪੈਸੇ ਦੀ ਬਰਬਾਦੀ ਨਹੀਂ ਤਾਂ ਹੋਰ ਕੀ ਹੈ। ਤਾਂ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਵੱਲੋਂ ਜਿਹੜੇ ਈ ਰਿਕਸ਼ਾ ਖਰੀਦੇ ਗਏ ਸੀਗੇ ਤਾਂ ਇੱਥੇ ਲੁਧਿਆਣਾ ਦੇ ਉਹਨਾਂ ਦੇ ਗਡਾਊਨ ਦੇ ਵਿੱਚ ਉਹ ਕੰਡਮ ਹੋ ਰਹੇ ਨੇ। ਨਵੇਂ ਈ ਰਿਕਸ਼ਾ ਸੀਗੇ ਪਰ ਹੁਣ ਕੰਡਮ ਹੋ ਰਹੇ ਨੇ। ਤਾਂ ਇਹ ਕਹਿੰਦੇ ਨੇ ਕਿ ਵਿਜੀਲੈਂਸ ਦੇ ਵਿੱਚ ਇਸ ਦੀ ਸ਼ਿਕਾਇਤ ਵੀ ਕਰਨਗੇ ਕਿ ਜਿਹੜੀ ਖਰੀਦਣ ਵੇਲੇ ਵੀ ਇਸ ਦੇ ਰੇਟਾਂ ਦੇ ਵਿੱਚ ਜਿਹੜੀ ਹੈ ਉਹ ਹੇਰਾਫੇਰੀ ਹੈ ਕਿ ਮਹਿੰਗੇ ਰੇਟਾਂ ਦੇ ਈ ਰਿਕਸ਼ਾ ਜਿਹੜੇ ਨੇ ਉਹ ਖਰੀਦੇ ਗਏ ਨੇ। बर्बाद हो गया, उजड़ गया, बर्बाद हो गया, बर्बाद हो गया, उजड़ गया, बर्बाद हो गया, उजड़ गया, बर्बाद हो गया, बर्बाद हो गया, उजड़ गया, बर्बाद हो गया, उजड़ गया। हौसला रख। हाँ तो दोस्तों, लुधियाने वाले हो, पंजाब वाले हो, जानना नहीं चाहोगे कि अज उजड़िया कौन है, बर्बाद कौन होया। आ मेरे हथ विच तुसीं देख सकते हो, ये पंजाब है। इस पंजाब के नक्शे पे आ रहा लुधियाना, जिन्हों असीं मैनचेस्टर ऑफ पंजाब कहने, जिन्हों असीं पंजाब का सब तो अमीर शहर कहने, जिन्हों असीं स्मार्ट सिटी कहने। लेकिन ये स्मार्ट सिटी अज मुद्दा ना तो स्मार्ट सिटी है ना तो मुद्दा अज होर गल्लां है। अज मुद्दा है उजड़न दा, मुद्दा है बर्बाद होने दा। ते बर्बाद कौन होया, इस तो पहला शोक सभा च आए हैं भाई, शोक सभा च आए हैं तो कुछ प्रस्ताव तो पढ़ दिए और वो प्रस्ताव जिहड़े साडे बड़े ही प्यारे आदरणीय रिस्पैक्टेड नगर निगम ने लुधियाना वालियां नूं, पंजाब वालियां नूं इनाम वजों दित्ते। मैं तुहाडे सामने रूबरू करदा पिया हां। सिंगल यूज प्लास्टिक को बैन करने के लिए हो रही सिर्फ मीटिंग है, 50 लाख की वेंडिंग मशीनें बंद, कूड़ा नहर में गिरा। निगम अब सड़क निर्माण के लिए सिंगल यूज प्लास्टिक का करेगा इस्तेमाल। वो सिंगल यूज प्लास्टिक का छड्डो, जिहड़ियां हैगियां वा जे ओही बन जाण ना तां गनीमत है। घट्टो घट पाची लवा दे। सड़कों पर बने खड्डों से परेशान कारोबारी बोले बाहरी व्यापारी यहाँ आकर खुश नहीं। बिल्कुल सही गल है। आज हालात पत्तो खतर है लुधियाना शहर के सड़क। जोन ए बी डी समेत कई इलाकों में इलीगल इमारतों की बर्बाद। बिल्कुल सही गल है। आज इलीगल इमारतां ही इमारतां लुधियाना शहर दे विच। जे तुसीं लुधियाना शहर नूं सीमट बजरिया शहर भी कह लो ना तो शायद कहना गलत नहीं। 20 करोड़ काऊ से वसूली का लक्ष्य सच। हर साल पशुओं को टकराने से हुए हादसे में जा रही 100 लोगों की जान। दोस्त 100 लोग नहीं मरते पे, 100 के नाल जे 5 लोग भी जोड़े जान तो 500 लोग, एक परिवार पूरा मरदा पिया है। सोच के देखो कि उस आदमी की जान की कोई कीमत नहीं। दोस्तों आज वाकई उजड़िया, वाकई बर्बाद होया, उजड़िया मेरा लुधियाना शहर, उजड़िया मेरा लुधियाना शहर। जी हाँ, मैं कुछ चीज़ां और इसको पहला कि मैं असल मुद्दे ते आवां, मैं लुधियाना शहर दे कल्ले बंदे नूं सवाल करना चाहना। मैंने जो दादा जवाब दो, उस तो पहला मैं कुछ कम पढ़ा दिया। जनता के पैसों की बर्बादी आखिर क्यों? नगर निगम लुधियाना अगर दौड़ने या चलाने नहीं थे तो फिर क्यों खरीदे गए 350 ई रिक्शा? चारों तरफ हर वक्त घंटों जाम को भुगत रहे लोग, आखिर कौन जिम्मेदार? 124 करोड़ का प्रोजेक्ट था जो अब हो गया 133 करोड़। आखिर कब आएगा असल बदलाव? जांच या इंक्वायरी के नाम पर नगर निगम लुधियाना क्यों बचाती है दोषियों को? एक जवाब ने जेडे आज लुधियाना शहर के लोग अपने नगर निगम कॉर्पोरेशन को मांगते हैं। दोस्तों तुहानूं याद होएगा कि बीते दिनों कुछ महीने पहला एक शहर के विच स्मोक गन खरीदी देखी किसी ने दोबारा 80 लाख तो लैके 1 करोड़ रुपए की लागत के नाल वो स्मोक गन खरीदी गई।